ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਕਥਾ ਗੁਰਬਾਣੀ ਵਿਚਾਰ। ਸੰਗਤ ਜੀ, ਗੁਰੂ ਅਰਜਨ ਦੇਵ ਜੀ ਦਾ ਜੀਵਨ ਬਿਰਤਾਂਤ ਅੱਗੇ ਵਧਾਉਂਦੇ ਹੋਏ ਗੁਰੂ ਜੀ ਦੇ ਕੁਝ ਪ੍ਰਸਿੱਧ ਪ੍ਰੇਮੀ ਸਿੱਖਾਂ ਦੀ ਵਾਰਤਾ ਇਉਂ ਦੱਸਦੇ ਹਾਂ। ਸੂਰਜ ਪ੍ਰਕਾਸ਼ ਦੇ ਰਾਹੀਂ ਭਾਈ ਬੋੜੂ ਇੱਕ ਦਿਨ ਗੋਇੰਦਵਾਲ ਗੁਰੂ ਜੀ ਦੇ ਦੀਵਾਨ ਵਿੱਚ ਇੱਕ ਬੋੜੂ ਨਾਮ ਦਾ ਸੁਨਿਆਰਾ ਆਇਆ। ਗੁਰੂ ਜੀ ਨੂੰ ਮੱਥਾ ਟੇਕ ਆਪ ਜੀ ਦੇ ਸਾਹਮਣੇ ਹੀ ਖੜਾ ਰਿਹਾ। ਗੁਰੂ ਜੀ ਨੇ ਪੁੱਛਿਆ, ਤੂੰ ਕੀ ਕਾਰ ਵਿਹਾਰ ਕਰਦਾ ਹੈ? ਉਸਨੇ ਕਿਹਾ, ਮਹਾਰਾਜ, ਮੈਂ ਸੁਨਿਆਰੇ ਦਾ ਕੰਮ ਕਰਦਾ ਹਾਂ। ਉਹ ਕੰਮ ਕਰਕੇ ਉਪਜੀਵਕਾ ਕਮਾਉਂਦਾ ਹਾਂ। ਗੁਰੂ ਜੀ ਨੇ ਕਿਹਾ, ਕਿਰਤ ਭਾਵੇਂ ਕੋਈ ਵੀ ਹੋਵੇ, ਪਰ ਵਲਛਲ ਰਹਿਤ ਧਰਮ ਦੀ ਕਮਾਈ ਹੋਣੀ ਚਾਹੀਦੀ ਹੈ। ਦਸਾਂ ਨੌਆਂ ਦੀ ਨੇਕ ਕਮਾਈ ਵਿੱਚੋਂ ਜਿਹੜਾ ਪ੍ਰਭੂ ਨਮਿਤ ਕੁਝ ਦਾਨ ਪੁੰਨ ਕਰਦਾ ਹੈ, ਉਸ ਦਾ ਮਨ ਨਿਰਮਲ ਹੋ ਜਾਂਦਾ ਹੈ। ਨਹੀਂ ਤਾਂ ਬੁਰੇ ਕਰਮਾਂ ਦਾ ਫਲ ਅੰਤ ਬੁਰਾ ਹੀ ਹੁੰਦਾ ਹੈ। ਹੋਰ ਕੋਈ ਸਾਥੀ ਨਹੀਂ ਬਣੇਗਾ। ਤੂੰ ਆਪਣੇ ਪਿਤਾ ਪੁਰਖੀ ਸੁਨਿਆਰੇ ਦੇ ਕੰਮ ਨੂੰ ਇਮਾਨਦਾਰੀ ਨਾਲ ਕਰਿਆ ਕਰ। ਬੇਈਮਾਨੀ ਨੂੰ ਤਿਆਗ ਕੇ ਆਪਣੇ ਨੇਕ ਕਮਾਈ ਵਿੱਚੋਂ ਭੁੱਖੇ ਪਿਆਸੇ ਨੂੰ ਅੰਨ ਜਲ ਦਿਆ ਕਰ। ਉਪਰੰਤ ਦੁੱਖ ਸੁੱਖ ਵਿੱਚ ਪ੍ਰਭੂ ਦਾ ਭਾਣਾ ਮੰਨਣਾ ਅਤੇ ਸਦਾ ਨਿਰਹੰਕਾਰ ਅਤੇ ਨਿਰਮਾਨ ਰਹਿਣਾ, ਇਹੀ ਤੇਰੇ ਭਲੇ ਦੀ ਗੱਲ ਹੈ। ਇਹ ਉਪਦੇਸ਼ ਲੈ ਕੇ ਬੋੜੂ ਆਪਣੇ ਘਰ ਜਾ ਕੇ ਨੇਕ ਕਮਾਈ ਕਰਕੇ ਗੁਰੂ ਪ੍ਰੇਮ ਵਿੱਚ ਆਪਣਾ ਜੀਵਨ ਬਤੀਤ ਕਰਨ ਲੱਗਾ। ਇੱਕ ਵਾਰ ਭਾਈ ਬਾਲੋ ਪਿੰਡ ਫਫੜੇ ਤਹਿਸੀਲ ਬਰਨਾਲਾ ਦਾ ਰਹਿਣ ਵਾਲਾ ਨਗਾਹੇ ਵਾਲੇ ਪੀਰ ਸਖੀ ਸਰਵਰ ਦਾ ਚੇਲਾ ਸੀ। ਹਰ ਸਾਲ ਸੰਗ ਲੈ ਕੇ ਇਹ ਨਗਾਹੇ ਧੌਣਕ ਜ਼ਿਲ੍ਹਾ ਗੁਜਰਾਂਵਾਲੇ ਜਾਂਦਾ ਸੀ। ਸਿੱਖਾਂ ਪਾਸੋਂ ਗੁਰੂ ਜੀ ਦੀ ਮਹਿਮਾ ਇਹ ਸੁਣਦਾ ਰਹਿੰਦਾ ਸੀ, ਜਿਸ ਕਰਕੇ ਇੱਕ ਵਾਰ ਇਹ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਤਿਆਰ ਹੋਇਆ ਅਤੇ ਮਨ ਵਿੱਚ ਇਹ ਧਾਰਨਾ ਧਾਰ ਲਈ ਕਿ ਜੇਕਰ ਪੀਰ ਆਪਣੀ ਸ਼ਕਤੀ ਨਾਲ ਮੈਨੂੰ ਗੁਰੂ ਜੀ ਪਾਸ ਜਾਣ ਤੋਂ ਕਿਸੇ ਤਰ੍ਹਾਂ ਮੋੜ ਲਵੇਗਾ ਤਾਂ ਮੈਂ ਸਮਝ ਲਵਾਂਗਾ ਕਿ ਪੀਰ ਸ਼ਕਤੀਵਾਨ ਹੈ। ਪਰ ਜੇ ਬਿਨਾਂ ਕਿਸੇ ਰੁਕਾਵਟ ਜਾਂ ਮਨ ਦੇ ਮੁੜਨ ਤੋਂ ਮੈਂ ਸਤਲੁਜ ਨਦੀ ਤੋਂ ਪਾਰ ਲੰਘ ਗਿਆ ਤਾਂ ਇਹ ਸਖੀ ਸਰਵਰ ਵਾਲਾ ਸਾਰਾ ਭੇਸ ਮੈਂ ਦਰਿਆ ਦੀ ਭੇਟਾ ਕਰ ਦਿਆਂਗਾ ਅਤੇ ਗੁਰੂ ਜੀ ਦੀ ਸ਼ਰਨ ਵਿੱਚ ਪਹੁੰਚ ਜਾਵਾਂਗਾ। ਇਹ ਧਾਰਨਾ ਧਾਰ ਕੇ ਬਹਿਲੋ ਘਰ ਤੋਂ ਤੁਰ ਪਿਆ ਅਤੇ ਜਦ ਸਤਲੁਜ ਨਦੀ ਦੇ ਪਹੁੰਚ ਕੇ ਬੇੜੀ ਵਿੱਚ ਬੈਠ ਕੇ ਪਾਰ ਹੋਣ ਲੱਗਾ ਤਾਂ ਨਦੀ ਦੇ ਅੱਧ ਵਿੱਚ ਜਾ ਕੇ ਉਸਨੇ ਵਿਚਾਰਿਆ ਕਿ ਗੁਰੂ ਜੀ ਪਾਸ ਜਾਣ ਤੋਂ ਉਸਨੂੰ ਪੀਰ ਨੇ ਕੋਈ ਰੁਕਾਵਟ ਨਹੀਂ ਪਾਈ ਅਤੇ ਨਾ ਮਨ ਨੂੰ ਹੀ ਕੋਈ ਪ੍ਰੇਰਨਾ ਕੀਤੀ ਹੈ ਕਿ ਮੈਂ ਗੁਰੂ ਜੀ ਪਾਸ ਨਾ ਜਾਵਾਂ। ਤਦ ਉਸਨੇ ਪੀਰ ਦਾ ਪਹਿਰਾਵਾ ਖੁੰਡੀ ਤੇ ਖੱਲੜੀ ਨਦੀ ਵਿੱਚ ਵਗਾ ਮਾਰੀ ਅਤੇ ਇੱਕ ਮਨ ਹੋ ਕੇ ਗੁਰੂ ਜੀ ਪਾਸ ਅੰਮ੍ਰਿਤਸਰ ਪਹੁੰਚ ਗਿਆ। ਉਸ ਸਮੇਂ ਸੰਮਤ 1643 ਵਿੱਚ ਗੁਰੂ ਜੀ ਸਰੋਵਰ ਦੀਆਂ ਪੌੜੀਆਂ ਦੀ ਸੇਵਾ ਕਰਾ ਰਹੇ ਸਨ। ਬਹਿਲੋ ਨੇ ਆਪ ਜੀ ਦੇ ਚਰਨਾਂ 'ਤੇ ਮੱਥਾ ਟੇਕਿਆ ਅਤੇ ਬੇਨਤੀ ਕੀਤੀ ਕਿ ਮੈਨੂੰ ਆਪਣੀ ਸੇਵਾ ਵਿੱਚ ਲਾ ਲਵੋ, ਮੈਂ ਆਪ ਜੀ ਦੀ ਸ਼ਰਨ ਆਇਆ ਹਾਂ। ਗੁਰੂ ਜੀ ਨੇ ਕਿਹਾ, ਭਾਈ ਸਿੱਖਾ, ਸ਼ਰਧਾ ਨਾਲ ਹੀ ਸਾਰੇ ਕਾਰਜ ਪੂਰੇ ਹੁੰਦੇ ਹਨ। ਸ਼ਰਧਾ ਹੀ ਭਗਤੀ ਦਾ ਮੂਲ ਹੈ। ਇਸ ਕਰਕੇ ਸਭ ਤੋਂ ਪਹਿਲਾਂ ਸ਼ਰਧਾ ਧਾਰਨੀ ਚਾਹੀਦੀ ਹੈ। ਫਿਰ ਸਾਰੇ ਮਨ ਵਾਂਛਿਤ ਫਲ ਪ੍ਰਾਪਤ ਹੋ ਜਾਂਦੇ ਹਨ। ਇਹ ਬਚਨ ਸੁਣ ਕੇ ਬਹਿਲੋ ਦੇ ਮਨ ਵਿੱਚ ਗੁਰੂ ਘਰ 'ਤੇ ਸ਼ਰਧਾ ਆ ਗਈ ਅਤੇ ਉਹ ਗੁਰੂ ਜੀ ਦੇ ਇੱਟਾਂ ਦੇ ਆਵੇ ਦੀ ਸੇਵਾ ਉੱਤੇ ਲੱਗ ਗਿਆ। ਜਦ ਉਸ ਨੂੰ ਪਤਾ ਲੱਗਾ ਕਿ ਇੱਟਾਂ ਪਕਾਉਣ ਵਾਸਤੇ ਵਿਸ਼ਟਾ ਆਦਿ ਗਲੀ ਸੜੀ ਰੂੜੀ ਬਹੁਤ ਗੁਣਕਾਰੀ ਹੈ ਤਾਂ ਉਸਨੇ ਸਾਰੇ ਸ਼ਹਿਰ ਤੋਂ ਵਿਸ਼ਟਾ ਆਦਿ ਇਕੱਠਾ ਕਰਕੇ ਆਵਿਆਂ ਪਾਸ ਢੇਰ ਲਾ ਦਿੱਤੇ। ਜਦ ਇਸ ਨਾਲ ਇੱਟਾਂ ਬਹੁਤ ਚੰਗੀਆਂ ਪੱਕੀਆਂ ਤਾਂ ਗੁਰੂ ਜੀ ਭਾਈ ਬਹਿਲੋ ਦੀ ਇਸ ਨਿਸ਼ਕਾਮ ਕਾਰ ਉੱਤੇ ਬਹੁਤ ਪ੍ਰਸੰਨ ਹੋਏ ਅਤੇ ਬਚਨ ਕੀਤਾ, ਭਾਈ ਬਹਿਲੋ ਸਭ ਤੋਂ ਪਹਿਲੋਂ। ਗੁਰੂ ਜੀ ਨੇ ਇਹਨਾਂ ਪ੍ਰਸੰਨਤਾ ਪੂਰਵਕ ਬਚਨਾਂ ਨਾਲ ਭਾਈ ਬਹਿਲੋ ਦਾ ਮਨ ਸ਼ੁੱਧ ਕੰਚਨ ਸਮਾਨ ਨਿਰਮਲ ਤੇ ਪਵਿੱਤਰ ਹੋ ਗਿਆ। ਨਾਮ ਦੀ ਰੰਗਣ ਨਾਲ ਇਸ ਨੂੰ ਰਿੱਧੀਆਂ ਸਿੱਧੀਆਂ ਫੁਰ ਪਈਆਂ ਅਤੇ ਬ੍ਰਹਮ ਗਿਆਨੀ ਦੀ ਪ੍ਰਾਪਤ ਹੋ ਗਏ। ਇੱਕ ਵਾਰ ਲਾਹੌਰ ਦੇ ਰਹਿਣ ਵਾਲਾ ਭਾਈ ਬੁੱਧੂ ਗੁਰੂ ਘਰ ਦਾ ਇੱਕ ਸ਼ਰਧਾਲੂ ਸਿੱਖ ਸੀ। ਇੱਕ ਵਾਰ ਜਦ ਗੁਰੂ ਜੀ ਲਾਹੌਰ ਗਏ ਤਾਂ ਬੁੱਧੂ ਨੇ ਗੁਰੂ ਜੀ ਨਾਲ ਕੁਝ ਸਿੱਖਾਂ ਨੂੰ ਪ੍ਰਸ਼ਾਦ ਵਰਜਿਆ।
ਜਦ ਲੰਗਰ ਵਰਤ ਚੁੱਕਾ ਸਿੱਖ ਸੰਗਤਾਂ ਛਕ ਕੇ ਤ੍ਰਿਪਤ ਹੋ ਗਈਆਂ ਤਾਂ ਪਿੱਛੋਂ ਇੱਕ ਹੋਰ ਸਿੱਖ ਜਿਹੜਾ ਗੁਰੂ ਜੀ ਨਾਲ ਪੰਗਤ ਵਿੱਚ ਸ਼ਾਮਿਲ ਨਹੀਂ ਸੀ ਹੋ ਸਕਿਆ, ਪ੍ਰਸ਼ਾਦ ਛਕਣ ਆਇਆ ਤਾਂ ਉਸ ਨੂੰ ਬੁੱਧੂ ਨੇ ਆਦਮੀਆਂ ਦੇ ਅੰਦਰ ਜਾਣ ਨਾ ਦਿੱਤਾ। ਉਸ ਨੇ ਬਾਹਰ ਖੜੇ ਨੇ ਜਦ ਅੰਦਰੋਂ ਇਹ ਅਰਦਾਸ ਸੁਣੀ ਕਿ ਬੁੱਧੂ ਨੇ ਸੰਗਤਾਂ ਨੂੰ ਭੋਜਨ ਛਕਾ ਕੇ ਬਹੁਤ ਪ੍ਰਸੰਨ ਕੀਤਾ ਹੈ, ਇਸ ਦਾ ਆਵਾ ਪੱਕਾ ਨਿਕਲੇ, ਤਾਂ ਇਸ ਸਿੱਖ ਨੇ ਜਿਸ ਦਾ ਨਾਮ ਲੱਖੂ ਸੀ ਉੱਚੀ ਉੱਚੀ ਕਿਹਾ, ਬੁੱਧੂ ਦਾ ਆਵਾ ਕੱਚਾ ਨਿਕਲੇ। ਉਪਰੰਤ ਦੂਸਰੇ ਦਿਨ ਜਦ ਬੁੱਧੂ ਨੇ ਆਵੇ ਵਿੱਚੋਂ ਇੱਟਾਂ ਕੱਢ ਕੇ ਵੇਖੀਆਂ ਤਾਂ ਉਹ ਸਭ ਕੱਚੀਆਂ ਤੇ ਪਿੱਲੀਆਂ ਸਨ। ਇਹ ਵੇਖ ਕੇ ਬੁੱਧੂ ਬੜਾ ਘਬਰਾਇਆ ਅਤੇ ਗੁਰੂ ਜੀ ਪਾਸ ਹਾਜ਼ਰ ਹੋ ਕੇ ਦੱਸਿਆ ਕਿ ਮਹਾਰਾਜ, ਮੇਰਾ ਆਵਾ ਤਾਂ ਕੱਚਾ ਹੀ ਰਹਿ ਗਿਆ ਹੈ, ਤੁਸਾਂ ਬਚਨ ਕੀਤਾ ਸੀ ਕਿ ਪੱਕਾ ਨਿਕਲੇਗਾ, ਇਸ ਦਾ ਕੀ ਕਾਰਨ ਹੈ? ਗੁਰੂ ਜੀ ਨੇ ਕਿਹਾ, ਤੂੰ ਕਿਸੇ ਲੋੜਵੰਦ ਸਿੱਖ ਨੂੰ ਉਸ ਦਿਨ ਭੋਜਨ ਨਹੀਂ ਦਿੱਤਾ ਹੋਵੇਗਾ। ਬੁੱਧੂ ਨੇ ਕਿਹਾ, ਮਹਾਰਾਜ, ਇੱਕ ਸਿੱਖ ਉਸ ਸਮੇਂ ਆਇਆ ਸੀ ਜਦੋਂ ਸੰਗਤ ਪ੍ਰਸ਼ਾਦ ਛਕ ਚੁੱਕੀ ਸੀ ਅਤੇ ਅਰਦਾਸਾ ਹੋ ਰਿਹਾ ਸੀ। ਉਸਨੇ ਕਿਹਾ ਸੀ ਬੁੱਧੂ ਦਾ ਆਵਾ ਕੱਚਾ ਰਹੇ, ਹੋਰ ਕੁਝ ਨਹੀਂ। ਗੁਰੂ ਜੀ ਨੇ ਕਿਹਾ, ਗੁਰੂ ਕੇ ਸਿੱਖਾਂ ਦਾ ਬਚਨ ਅਟੱਲ ਹੁੰਦਾ ਹੈ, ਉਹ ਮੁੜ ਨਹੀਂ ਸਕਦਾ। ਅੱਗੇ ਤੋਂ ਕਦੀ ਐਸਾ ਨਾ ਕਰਨਾ ਕਿ ਸੰਗਤ ਵਾਸਤੇ ਲੰਗਰ ਤਿਆਰ ਕਰਕੇ ਕਿਸੇ ਸਿੱਖ ਨੂੰ ਜੋ ਭੋਜਨ ਦੀ ਆਸ ਕਰਕੇ ਆਵੇ ਉਸ ਨੂੰ ਭੁੱਖਾ ਮੋੜ ਦੇਣਾ। ਹੁਣ ਤੂੰ ਗੁਰੂ ਘਰ ਦੀ ਸ਼ਰਨ ਆ ਗਿਆ ਹੈ, ਇਸ ਕਰਕੇ ਚਿੰਤਾ ਨਾ ਕਰ, ਤੇਰੀਆਂ ਕੱਚੀਆਂ ਪਿੱਲੀਆਂ ਇੱਟਾਂ ਪੱਕੀਆਂ ਦੇ ਭੋ ਵਿਕ ਜਾਣਗੀਆਂ। ਸਿੱਖਾਂ ਦੀ ਸੇਵਾ ਕਰਦੇ ਰਹਿਣਾ। ਗੁਰੂ ਜੀ ਦਾ ਬਚਨ ਮੰਨ ਕੇ ਬੁੱਧੂ ਨੂੰ ਧੀਰਜ ਆ ਗਈ। ਉਪਰੰਤ ਕਾਰਨ ਐਸਾ ਬਣਿਆ ਕਿ ਬਹੁਤ ਬਾਰਿਸ਼ਾਂ ਦੇ ਹੋਣ ਕਰਕੇ ਹੋਰ ਕੋਈ ਆਵਾ ਤਿਆਰ ਨਾ ਹੋ ਸਕਿਆ ਅਤੇ ਸ਼ਾਹੀ ਠੇਕੇਦਾਰ ਨੇ ਸ਼ਾਹੀ ਕਿਲੇ ਦੀਆਂ ਨੀਹਾਂ ਭਰਨੀਆਂ ਸਨ। ਇਸ ਕਰਕੇ ਉਹਨਾਂ ਨੇ ਬੁੱਧੂ ਦੀਆਂ ਪਿੱਲੀਆਂ ਇੱਟਾਂ ਹੀ ਪੱਕੀਆਂ ਦੇ ਭਾਅ ਲੈ ਕੇ ਕਿਲੇ ਦੀਆਂ ਨੀਹਾਂ ਭਰ ਦਿੱਤੀਆਂ। ਇਸ ਤਰ੍ਹਾਂ ਗੁਰੂ ਜੀ ਨੇ ਆਪਣੇ ਸਿੱਖ ਭਾਈ ਲੱਖੂ ਦੀ ਪੈਜ ਵੀ ਰੱਖ ਲਈ ਤੇ ਆਪਣਾ ਬਚਨ ਵੀ ਸਫਲਾ ਕਰ ਦਿੱਤਾ। ਇੱਕ ਮਾਈ ਰੋਜ਼ ਹੀ ਸਵੇਰੇ ਅੰਮ੍ਰਿਤ ਸਰੋਵਰ ਦੀ ਕਾਰ ਸੇਵਾ ਕਰਨ ਆਉਂਦੀ ਅਤੇ ਕਾਰ ਕਰਨ ਸਮੇਂ ਕਦੀ ਕਦੀ ਹੱਥ ਉਤਾਂਹ ਕਰਕੇ ਹਲੂਣਾ ਦੇ ਦਿੰਦੀ। ਜਦ ਸੰਧਿਆ ਦਾ ਸਮਾਂ ਹੁੰਦਾ ਤਾਂ ਸੰਗਤ ਵਿੱਚੋਂ ਲੋਪ ਹੋ ਜਾਂਦੀ ਸੀ। ਜਦ ਕੁਝ ਦਿਨ ਇਸ ਤਰ੍ਹਾਂ ਹੀ ਕਾਰ ਹੁੰਦੀ, ਕੁਝ ਸਿੱਖਾਂ ਨੇ ਵੇਖੀ ਤਾਂ ਉਹਨਾਂ ਨੇ ਗੁਰੂ ਜੀ ਨੂੰ ਦੱਸਿਆ ਕਿ ਮਹਾਰਾਜ, ਇੱਕ ਮਾਈ ਸਵੇਰੇ ਕਾਰ ਸੇਵਾ ਵਿੱਚ ਸ਼ਾਮਲ ਹੋ ਜਾਂਦੀ ਹੈ। ਕਾਰ ਕਰਦੀ ਕਰਦੀ ਕਦੀ ਕਦੀ ਹੱਥ ਉਤਾਂਹ ਨੂੰ ਕਰਦੀ ਹੈ ਅਤੇ ਸੰਧਿਆ ਸਮੇਂ ਪਤਾ ਨਹੀਂ ਕਿੱਥੇ ਗਾਇਬ ਹੋ ਜਾਂਦੀ ਹੈ। ਇਹ ਗੱਲ ਗੁਰੂ ਜੀ ਨੇ ਮਾਈ ਨੂੰ ਸੱਦ ਕੇ ਜਦ ਪੁੱਛੀ ਤਾਂ ਮਾਈ ਨੇ ਕਿਹਾ, ਮਹਾਰਾਜ, ਮੈਂ ਰੋਜ਼ ਕਾਬਲ ਤੋਂ ਸਵੇਰੇ ਆਉਣ ਲੱਗੀ ਆਪਣੇ ਛੋਟੇ ਬੱਚੇ ਨੂੰ ਭੰਗੂੜੇ ਵਿੱਚ ਸਵਾ ਆਉਂਦੀ ਹਾਂ ਅਤੇ ਸਾਰਾ ਦਿਨ ਗੁਰੂ ਘਰ ਦੀਦਾਰ ਕਰਕੇ ਸੰਧਿਆ ਸਮੇਂ ਆਪਣੇ ਘਰ ਕਾਬਲ ਚਲੀ ਜਾਂਦੀ ਹਾਂ। ਜਿਹੜਾ ਮੈਂ ਕਾਰ ਕਰਨ ਸਮੇਂ ਹੱਥ ਉੱਤੇ ਨੂੰ ਮਾਰਦੀ ਹਾਂ, ਇਹ ਮੈਂ ਆਪਣੇ ਬੱਚੇ ਦੇ ਭੰਗੂੜੇ ਨੂੰ ਝੂਟਾ ਦਿੰਦੀ ਹਾਂ ਕਿ ਉਹ ਸੁੱਤਾ ਰਹੇ, ਜਾਗ ਕੇ ਰੋਵੇ ਨਾ। ਇਹ ਗੱਲ ਸੁਣ ਕੇ ਗੁਰੂ ਜੀ ਨੇ ਸਿੱਖਾਂ ਦੀ ਤਸੱਲੀ ਵਾਸਤੇ ਮਾਈ ਨੂੰ ਪੁੱਛਿਆ ਕਿ ਤੂੰ ਐਡੀ ਦੂਰ ਕਾਬਲ ਤੋਂ ਕਿਸ ਤਰ੍ਹਾਂ ਆ ਅਤੇ ਚਲੀ ਜਾਂਦੀ ਹੈ? ਮਾਈ ਨੇ ਕਿਹਾ, ਮੈਂ ਆਪਣੇ ਪਤੀਵਰਤ ਧਰਮ ਦੇ ਬਲ ਕਰਕੇ ਛਿਣ ਵਿੱਚ ਇੱਥੇ ਆ ਜਾਂਦੀ ਹਾਂ ਅਤੇ ਛਿਣ ਵਿੱਚ ਅੰਤਰ ਧਿਆਨ ਹੋ ਕੇ ਵਾਪਸ ਘਰ ਚਲੀ ਜਾਂਦੀ ਹਾਂ। ਗੁਰੂ ਜੀ ਨੇ ਸਿੱਖਾਂ ਨੂੰ ਕਿਹਾ, ਪਤੀਵਰਤ ਧਰਮ ਵਿੱਚ ਬਹੁਤ ਸ਼ਕਤੀ ਹੈ, ਜੋ ਚਾਹਵੇ ਕਰ ਸਕਦੀ ਹੈ, ਇਹ ਕੋਈ ਅਚਰਜ ਨਹੀਂ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।